ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਕ ਪਵਿੱਤਰ ਇਲਾਹੀ ਚਰਨਾਂ ਦੇ ਵਿੱਚ ਨਕਮਸਤਕ ਹੋ ਕੇ ਆਓ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਮਹਾਨ ਬਖਸ਼ਿਸ਼ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖ ਕੌਮ ਦੇ ਉੱਤੇ ਇੱਕ ਬੜੀ ਮਹਾਨ ਬਖਸ਼ਿਸ਼ ਹੋਈ ਹੈ ਕਿ ਇੱਕ ਜਪਜੀ ਸਾਹਿਬ ਦੇ ਰੂਪ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਦੀ ਝੋਲੀ ਦੇ ਵਿੱਚ ਪਾਇਆ ਹੈ। ਜਪਜੀ ਸਾਹਿਬ ਦੀ ਇੱਕ ਐਸੀ ਪਵਿੱਤਰ ਪਾਵਨ ਬਾਣੀ ਹੈ ਕਿ ਇਹਨੂੰ ਜਿੰਨੀ ਵਾਰ ਅਸੀਂ ਪੜ੍ਹਦੇ ਹਾਂ ਉਨੀ ਵਾਰ ਹੀ ਇੱਕ ਵੱਖਰਾ ਜਿਹਾ ਸਵਾਦ ਆਉਂਦਾ ਹੈ, ਆਨੰਦ ਆਉਂਦਾ ਹੈ। ਜਿੰਨੀ ਵਾਰ ਆਪਾਂ ਇਹਦੀ ਵਿਚਾਰ ਕਰਦੇ ਹਾਂ ਉਨੀ ਵਾਰ ਹੀ ਚੰਗਾ ਲੱਗਦਾ ਹੈ। ਹੋਰ ਹੋਰ ਸਾਨੂੰ ਇਹਦੇ ਵਿੱਚੋਂ ਮੋਤੀ ਰਤਨ ਹੀਰੇ ਪ੍ਰਾਪਤ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਰਹੱਸ ਛੁਪਾਇਆ ਹੈ, ਜਿਹਨੂੰ ਅਸੀਂ ਜਪਜੀ ਸਾਹਿਬ ਦੀ ਵਿਚਾਰ ਦੇ ਜ਼ਰੀਏ ਅਪਣਾ ਰਹੇ ਹਾਂ ਤੇ ਔਰ ਬਾਹਰ ਕੱਢ ਰਹੇ ਹਾਂ। ਜਪਜੀ ਸਾਹਿਬ ਦੀ ਪਵਿੱਤਰ ਪਾਵਨ ਬਾਣੀ ਦੇ ਬਾਰੇ ਕੁਝ ਵਿਚਾਰਵਾਨਾਂ ਦੇ ਇਹ ਵੀ ਕਥਨ ਨੇ ਕਿ ਹਰ ਇੱਕ ਇਨਸਾਨ ਦੇ ਕੋਲ ਉਹਦੀ ਬੁੱਧੀ ਦਾ ਇੱਕ ਭਾਂਡਾ ਹੁੰਦਾ ਹੈ ਤੇ ਜਿਸ ਇਨਸਾਨ ਦੇ ਕੋਲ ਜਿੱਡਾ ਵੱਡਾ ਹੈ ਉਨੇ ਹੀ ਰਤਨ ਹੀਰੇ ਜਵਾਹਰਾਤ ਤੋਂ ਕੱਢੀ ਆਉਂਦਾ। ਪਰ ਇੱਕ ਚੀਜ਼ ਦਾ ਨਾਲ ਇਹ ਵੀ ਖਿਆਲ ਰੱਖਿਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਜਿਹੜੀ ਹੈ ਉਹਦੀ ਵਿਚਾਰ ਕਰਨ ਲੱਗਿਆਂ ਸਾਨੂੰ ਸਿੱਖ ਇਜ਼ਮ ਦਾ ਸਿਧਾਂਤ ਜਿਹੜਾ ਉਹ ਯਾਦ ਹੋਣਾ ਚਾਹੀਦਾ, ਸਿਧਾਂਤਕ ਗਿਆਨ ਦਾ ਪਤਾ ਹੋਣਾ ਚਾਹੀਦਾ। ਜਪਜੀ ਸਾਹਿਬ ਦੇ ਵਿਚਾਰ ਬਹੁਤ ਸਾਰੇ ਲੋਕਾਂ ਨੇ ਕੀਤੀ ਹੈ ਜਿਹੜੇ ਸਿੱਖ ਇਜ਼ਮ ਦੇ ਨਾਲ ਸੰਬੰਧਿਤ ਨਹੀਂ ਸਨ। ਜਿਵੇਂ ਓਸ਼ੋ ਰਜਨੀਸ਼ ਨੇ ਕੀਤੀ ਹੈ, ਆਪਣੇ ਤਰੀਕੇ ਨਾਲ ਕੀਤੀ ਹੈ, ਜਾਂ ਹੋਰ ਕਈ ਸਨਾਤਨ ਮਤ ਦੇ ਲੋਕਾਂ ਨੇ ਕੀਤੀ ਹੈ। ਪਰ ਜੇ ਸਹੀ ਮਾਇਨੇ ਦੇ ਵਿੱਚ ਵੇਖਿਆ ਜਾਏ ਤਾਂ ਜਪਜੀ ਸਾਹਿਬ ਦੀ ਵਿਚਾਰ ਕਰਨ ਦੇ ਲਈ ਸਾਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਉਤਰਨਾ ਪੈਂਦਾ ਹੈ ਕਿ ਉਹਨਾਂ ਦਾ ਆਪਣਾ ਜੀਵਨ ਕਿੱਦਾਂ ਦਾ ਸੀ। ਜੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕਟੌਤੀ ਕੀਤੀ ਹੈ ਤਾਂ ਉਹਦੀ ਮਨੌਤ ਉਹ ਆਪਣੀ ਬਾਣੀ ਵਿੱਚ ਨਹੀਂ ਕਰ ਸਕਦੇ। ਜੇ ਗੁਰੂ ਨਾਨਕ ਸਾਹਿਬ ਜੀ ਆਪਣੇ ਜੀਵਨ ਦੇ ਵਿੱਚ ਕਿਸੇ ਚੀਜ਼ ਦਾ ਵਿਰੋਧ ਕਰਦੇ ਨੇ ਤਾਂ ਉਹ ਆਪਣੀ ਪਾਵਨ ਬਾਣੀ ਦੇ ਵਿੱਚ ਉਸ ਚੀਜ਼ ਨੂੰ ਮਨੌਤ ਨਹੀਂ ਦੇ ਸਕਦੇ, ਕਿਉਂਕਿ ਸਤਿਗੁਰੂ ਜਿਹੜਾ ਹੈ ਉਹ ਆਪਣੇ ਬਚਨਾਂ ਦਾ ਕੱਚਾ ਨਹੀਂ ਹੁੰਦਾ। ਦੇਖੋ, ਗੁਰੂ ਦਾ ਜਿਹੜਾ ਜੀਵਨ ਹੈ, ਗੁਰੂ ਦਾ ਜਿਹੜਾ ਕਰੈਕਟਰ ਹੈ, ਅਸਲ ਦੇ ਵਿੱਚ ਉਹੀ ਬਾਣੀ ਦੇ ਵਿੱਚ ਉਗੜ ਕੇ ਸਾਹਮਣੇ ਆਉਂਦਾ ਹੈ। ਜਦੋਂ ਤੱਕ ਅਸੀਂ ਗੁਰੂ ਦੇ ਜੀਵਨ ਦੀ ਪੜਤਾਲ ਨਹੀਂ ਕਰਦੇ ਅਸੀਂ ਬਾਣੀ ਦੇ ਸਹੀ ਮਾਇਨੇ 'ਚ ਅਰਥ ਨਹੀਂ ਕਰ ਸਕਾਂਗੇ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਅੱਜ ਬਹੁਤ ਸਾਰੀਆਂ ਤਸਵੀਰਾਂ ਛਪ ਕੇ ਸਾਡੇ ਘਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਨੇ, ਮੂਰਤੀਆਂ ਪਹੁੰਚਾ ਦਿੱਤੀਆਂ ਗਈਆਂ ਨੇ, ਤੇ ਕੁਝ RSS ਨੇ ਐਸੀਆਂ ਵੀ ਤਸਵੀਰਾਂ ਬਣਾ ਦਿੱਤੀਆਂ ਨੇ ਕਿ ਗੁਰੂ ਨਾਨਕ ਸਾਹਿਬ ਹੇਠਾਂ ਬੈਠੇ ਨੇ ਤੇ ਰਾਮ ਚੰਦਰ ਉਹਨਾਂ ਨੂੰ ਆਸ਼ੀਰਵਾਦ ਦੇ ਰਹੇ। ਜਦ ਕਿ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਦੇ ਆ ਤੇ ਸਤਿਗੁਰੂ ਆਪ ਆਪਣੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਕਿ ਹੋਰ ਕੇਤੇ ਰਾਮ ਰਵਾਲ ਧੂੜ, ਕਿ ਰੱਬ ਦੇ ਪਾਵਨ ਚਰਨਾਂ ਦੇ ਵਿੱਚ ਇੱਕ ਰਾਮ ਨਹੀਂ, ਪਤਾ ਨਹੀਂ ਕਿੰਨੇ ਕੁ ਰਾਮ ਨੇ ਜਿਹੜੇ ਰੱਬ ਦੀ ਧੂੜ ਬਰਾਬਰ ਨੇ ਉਹਦੇ ਘਰ ਦੇ ਵਿੱਚ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਅਵਤਾਰਵਾਦ ਦੇ ਖੰਡਕ ਸਨ, ਮੰਡਕ ਨਹੀਂ ਸਨ। ਉਹਨਾਂ ਨੇ ਹਮੇਸ਼ਾ ਅਵਤਾਰਵਾਦ ਦੀ ਖੰਡਨਾ ਕੀਤੀ ਹੈ, ਉਹਨਾਂ ਨੇ ਮਨੌਤ ਨਹੀਂ ਦਿੱਤੀ ਅਵਤਾਰਵਾਦ ਨੂੰ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੇਕਰ ਕੋਈ ਇਨਸਾਨ ਉੱਠ ਕੇ ਇਹ ਗੱਲ ਕਹੇ ਕਿ ਉਹ ਜਿਹੜੇ ਜੀ ਉਹ ਲਵ ਕੁਸ਼ ਦੀ ਔਲਾਦ ਵਿੱਚੋਂ ਪੈਦਾ ਹੋਏ, ਇਹ ਬੇਵਕੂਫੀ ਨਾਲ ਭਰੀਆਂ ਹੋਈਆਂ ਗੱਲਾਂ ਨੇ, ਕਿਉਂਕਿ ਅਸੀਂ ਕਿਸੇ ਐਸੀ ਚੀਜ਼ ਨੂੰ ਤਰਜੀਹ ਨਹੀਂ ਦਿੰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਵੱਖਰੀ ਕੌਮ ਦੀ ਨੀਂਹ ਰੱਖੀ। ਸਿੱਖ ਕੌਮ ਦੇ ਸੰਸਥਾਪਕ ਧੰਨ ਗੁਰੂ ਨਾਨਕ ਸਾਹਿਬ ਨੇ। ਉਹਨਾਂ ਦੇ ਵਿਚਾਰ ਹੀ ਸਿੱਖ ਕੌਮ ਦੀ ਨੀਂਹ ਹੈ, ਕਿਉਂਕਿ ਇੱਕ ਐਸੀ ਲਹਿਰ ਨੂੰ ਗੁਰੂ ਨਾਨਕ ਸਾਹਿਬ ਨੇ ਜਨਮ ਦਿੱਤਾ ਜਿਹੜੀ ਲਹਿਰ ਦੇ ਖਿਲਾਫ ਉਸ ਟਾਈਮ ਦੇ ਮੁੱਲਾ ਮੁਲਾਣੇ ਤੇ ਪੰਡਤ ਸਾਰੇ ਇਕੱਠੇ ਹੋ ਗਏ। ਜਿਹੜੇ ਧਰਮੀ ਲੋਕ ਸਨ, ਧਰਮੀ ਅਖੌਤੀ ਧਰਮੀ, ਉਹ ਲੋਕ ਇਕੱਠੇ ਹੋ ਗਏ ਕਿਉਂਕਿ ਉਹਨਾਂ ਨੂੰ ਐਸਾ ਲੱਗਾ ਵੀ ਗੁਰੂ ਨਾਨਕ ਸਾਡੀਆਂ ਜੜ੍ਹਾਂ ਵੱਢ ਦੇਣਗੇ। ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਗੁਰੂ ਨਾਨਕ ਸਾਹਿਬ ਸਾਡੀਆਂ ਜੜ੍ਹਾਂ ਵੱਢ ਦੇਣਗੇ। ਪਰ ਇਹ ਜ਼ਰੂਰੀ ਨਹੀਂ ਹੁੰਦਾ। ਤੁਸੀਂ ਆਪਣਾ ਰਸਤਾ ਚੇਂਜ ਕਰ ਲਓ। ਲੋਕਾਂ ਨੂੰ ਪਖੰਡਾਂ ਦੇ ਵਿੱਚ ਪਾ ਕੇ ਕੀ ਸੋਚਦੇ ਹੋ ਕਿ ਰੱਬ ਖੁਸ਼ ਹੋ ਜਾਏਗਾ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬੜੀ ਵੱਡੀ ਸਾਡੇ ਉੱਤੇ ਰਹਿਮਤ ਕੀਤੀ। ਅੱਜ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ 34 ਨੰਬਰ ਪੌੜੀ ਮੌਜੂਦ ਹੈ, ਔਰ ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੀ ਕਮਾਲ ਕੀਤੀ ਹੈ, ਧਰਤੀ ਦੀ ਗੱਲ ਕਹੀ। ਕਹਿੰਦੇ ਧਰਤੀ ਧਰਮ ਕਮਾਉਣ ਦੀ ਇੱਕ ਜਗ੍ਹਾ ਹੈ, ਜਿਹਨੂੰ ਪ੍ਰਮਾਤਮਾ ਨੇ ਬੜੀ ਖੂਬਸੂਰਤੀ ਦੇ ਨਾਲ ਤਿਆਰ ਕੀਤਾ। ਸਤਿਗੁਰੂ ਕਹਿੰਦੇ ਰਾਤਾਂ, ਰੁੱਤਾਂ, ਤਰੀਕਾਂ ਅਤੇ ਕਈ ਵਾਰ। ਰਾਤੀ ਭਾਵ ਰਾਤਾਂ, ਰੁੱਤੀ ਭਾਵ ਰੁੱਤਾਂ, ਜਿਹੜੀਆਂ ਕਈ ਤਰ੍ਹਾਂ ਦੀਆਂ ਰੁੱਤਾਂ ਇਸ ਧਰਤੀ ਤੇ ਆਉਂਦੀਆਂ ਨੇ। ਥਿੱਤੀ, ਇੱਥੇ ਸਾਰੀ ਜਿਹੜੀ ਪੰਕਤੀ ਹੈ ਰਾਤੀ ਬਿੰਦੀ ਲੱਗੇਗੀ। ਇੱਥੇ ਕਈ ਵੀਰ ਇਸ ਚੀਜ਼ ਤੋਂ ਜਿਹੜੇ ਨੇ ਅਣਜਾਣ ਨੇ, ਪਰ ਪੜ੍ਹਨ ਲੱਗਿਆਂ ਵੀ ਖਿਆਲ ਰੱਖਿਓ ਆਪਾਂ ਪੜ੍ਹਨਾ ਕਿੱਦਾਂ ਨੂੰ। ਰਾਤੀ ਰਾਤਾਂ, ਰੁੱਤੀ ਕਈ ਰੁੱਤਾਂ, ਥਿੱਤੀ ਕਈ ਥਿੱਤਾਂ ਭਾਵ ਤਰੀਕਾਂ, ਵਾਰ ਕਈ ਦਿਨ। ਵਾਰ ਵੱਖ-ਵੱਖ, ਜਿਵੇਂ ਐਤ, ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ, ਇਦਾਂ ਸ਼ਬਦ ਵਰਤਦੇ ਆ ਆਪਾਂ। ਪਵਨ ਪਾਣੀ, ਹਵਾ, ਪਾਣੀ, ਅੱਗ ਤੇ ਪਤਾਲ। ਪਵਨ, ਪਾਣੀ, ਅਗਨੀ, ਪਾਤਾਲ। ਤੇ ਇਸ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਧਰਤੀ ਥਾਪ ਰੱਖੀ। ਪਰਮਾਤਮਾ ਨੇ ਧਰਤੀ ਨੂੰ ਥਾਪਿਆ ਹੋਇਆ ਹੈ, ਰੱਖਿਆ ਹੋਇਆ ਹੈ। ਧਰਮਸ਼ਾਲ, ਧਰਤੀ ਭਾਵ ਧਰਮ ਕਮਾਉਣ ਦੀ ਜਗ੍ਹਾ। ਇਹ ਧਰਤੀ ਇੱਕ ਇੰਨੀ ਵੱਡੀ ਨਿਆਮਤ ਹੈ ਇਨਸਾਨ ਦੇ ਲਈ ਕਿ ਇਨਸਾਨ ਇਸ ਧਰਤੀ ਤੇ ਬੈਠ ਕੇ, ਇਸ ਧਰਤੀ ਦੇ ਵਿੱਚ ਪੈਦਾ ਹੋ ਕੇ ਉਸ ਸਿਰਜਣਹਾਰ ਕਰਤਾਰ ਨੂੰ ਹੀ ਭੁੱਲ ਕੇ ਬਹਿ ਗਿਆ। ਇੱਕ ਸ਼ਬਦ ਮੈਨੂੰ ਗੁਰੂ ਅਰਜਨ ਸਾਹਿਬ ਦਾ ਕਦੇ ਨਹੀਂ ਭੁੱਲਦਾ, ਜਿੱਥੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਐ ਬੰਦੇ ਤੂੰ ਪਰਮਾਤਮਾ ਨੂੰ ਵਿਸਾਰਿਆ ਕਿਉਂ? ਰੱਬ ਨੂੰ ਭੁੱਲ ਕੇ ਕਿਉਂ ਬਹਿ ਗਿਆ? ਕਦੀ ਸੋਚਿਆ ਕਿ ਜਿਹੜਾ ਇਨਸਾਨ ਕੀਤੇ ਹੋਏ ਨੂੰ ਨਾ ਜਾਣੇ ਉਹਨੂੰ ਲੋਕ ਨਮਕ ਹਰਾਮ ਕਹਿੰਦੇ ਨੇ, ਤੇ ਕੀ ਤੂੰ ਨਮਕ ਹਰਾਮੀ ਬਣ ਗਿਆ? ਕਿ ਕੀ ਤੂੰ ਚਾਰ ਟੁਕੜਿਆਂ ਦੇ ਪਿੱਛੇ ਲੱਗ ਕੇ ਆਪਣੀ ਜ਼ਮੀਰ ਦਾ ਸੌਦਾ ਕਰਨ ਲੱਗ ਪਿਆ? ਇਹ ਧਰਤੀ ਤੇ ਪੈਦਾ ਤੈਨੂੰ ਪ੍ਰਮਾਤਮਾ ਨੇ ਕੀਤਾ ਤੇ ਜਿੰਨੇ ਤੈਨੂੰ ਪੈਦਾ ਕੀਤਾ ਤੂੰ ਉਹਨੂੰ ਕਿੱਦਾਂ ਵਿਸਾਰ ਸਕਦਾ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਇਸ ਧਰਤੀ ਤੇ ਪੈਦਾ ਹੋ ਕੇ ਅਸੀਂ ਧਰਮਸ਼ਾਲ ਬਣਾਉਣਾ ਸੀ ਧਰਤੀ ਨੂੰ, ਪਰ ਧਰਮਸ਼ਾਲ ਨਹੀਂ ਬਣਾ ਪਾਏ, ਭਾਵ ਕਿ ਧਰਮ ਕਮਾਉਣ ਦੀ ਜਗ੍ਹਾ ਨਹੀਂ ਬਣਾ ਪਾਏ। ਧਰਤੀ ਤੇ ਪੈਦਾ ਹੋਏ ਲੋਕਾਂ ਨੇ ਲੜਾਈਆਂ, ਝਗੜੇ, ਦਵੈਸ਼ ਸ਼ੁਰੂ ਕਰ ਲਿਆ। ਤੇ ਗੁਰੂ ਨਾਨਕ ਸਾਹਿਬ ਨੇ ਇਹ ਵੀ ਗੱਲ ਨਾਲ ਦੀ ਨਾਲ ਸਾਡੇ ਨਾਲ ਸ਼ੇਅਰ ਕਰ ਦਿੱਤੀ ਕਿ ਇਸ ਧਰਤੀ ਤੇ ਪੈਦਾ ਹੋਏ ਕਈ ਧਰਮਾਂ ਨੇ ਰੱਬ ਦੀ ਗੱਲ ਕਰਨ ਦੀ ਬਜਾਏ ਆਪਣੇ ਨਾਲ ਜੋੜ ਲਿਆ। ਹੋਰ ਹੀ ਪਾਸੇ ਵਹਾ ਜਿਹੜਾ ਉਹ ਲੈ ਗਏ, ਉਲਟ ਪਾਸੇ ਹੀ ਲੋਕਾਂ ਨੂੰ ਜੋੜ ਦਿੱਤਾ। ਚੰਗੇ ਪਾਸੇ ਲਾਉਣ ਦੀ ਬਜਾਏ ਯੱਗ ਕਰੋ ਜੀ, ਪੂਜਾ ਕਰੋ ਜੀ, ਤੀਰਥਾਂ ਤੇ ਨਹਾਓ ਜੀ, ਪੰਡਤਾਂ ਨੂੰ ਦਾਨ ਦਿਓ ਜੀ, ਇਦਾਂ ਦੇ ਵਹਿਮਾਂ 'ਚ ਸਾਨੂੰ ਪਾ ਦਿੱਤਾ, ਜਿਵੇਂ ਸਿੱਖ ਧਰਮ ਦੇ ਵਿੱਚ ਹੋ ਗਿਆ। ਅਕੋਤਰੀਆਂ ਰਖਾਓ ਜੀ, ਸੰਪਟ ਪਾਠ ਕਰੋ ਜੀ, ਅਖੰਡ ਪਾਠ ਕਰੋ ਜੀ, ਔਰ ਪਤਾ ਨਹੀਂ ਕਿੰਨੇ ਕੁ ਪਾਠਾਂ ਦੀਆਂ ਜਿਹੜੀਆਂ ਉਹ ਲੜੀਆਂ ਬਣਾ ਦਿੱਤੀਆਂ ਗਈਆਂ। ਔਰ ਇਦਾਂ ਦੇ ਸਾਡੇ ਵਿੱਚ ਵਹਿਮ ਪਾ ਦਿੱਤੇ ਗਏ ਕਿ ਅਸੀਂ ਜੇ ਅਖੰਡ ਪਾਠ ਸਾਹਿਬ ਦੇ ਵਿੱਚ ਜੋਤ ਬੁੱਝ ਜਾਏ, ਅਸੀਂ ਕਹਿੰਦੇ ਆ ਪਾਠ ਖੰਡਿਤ ਹੋ ਗਿਆ, ਕਿਉਂਕਿ ਜੋਤ ਮੇਨ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਨ ਨਹੀਂ ਸੀ। ਸਾਡੇ ਅੰਦਰ ਇੰਨੇ ਜ਼ਿਆਦਾ ਵਹਿਮ ਭਰਮ ਕਰਮ ਕਾਂਡਾਂ ਨੇ ਜਨਮ ਲੈ ਲਿਆ। ਅਸੀਂ ਤੁਰੇ ਸੀ ਧਰਮ ਕਮਾਉਣ ਵਾਸਤੇ, ਅਸੀਂ ਤੁਰੇ ਸੀ ਗੁਰੂ ਨਾਨਕ ਸਾਹਿਬ ਦੀ ਲਹਿਰ ਦਾ ਹਿੱਸਾ ਬਣਨ ਦੇ ਲਈ, ਲੇਕਿਨ ਅਸੀਂ ਤਾਂ ਰਸਤੇ ਵਿੱਚ ਹੀ ਰੁਕ ਗਏ, ਹੋਰ ਹੀ ਪਾਸੇ ਜੁੜ ਗਏ। ਗੁਰੂ ਨਾਨਕ ਸਾਹਿਬ ਜੋ ਸਾਨੂੰ ਬਣਾਉਣਾ ਚਾਹੁੰਦੇ ਸਨ, ਅਸੀਂ ਤਾਂ ਉਹ ਬਣੇ ਨਹੀਂ। ਗੁਰੂ ਨਾਨਕ ਸਾਹਿਬ ਤਾਂ ਸਾਨੂੰ ਪਵਿੱਤਰ ਬਣਾਉਣਾ ਚਾਹੁੰਦੇ ਸੀ ਵੀ ਮੇਰਾ ਸਿੱਖ ਇਦਾਂ ਦਾ ਹੋਣਾ ਚਾਹੀਦਾ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਤਰ੍ਹਾਂ ਦਾ ਹੋਵੇ, ਪਵਿੱਤਰ ਹੋਵੇ, ਪਾਕ ਹੋਵੇ।
ਪਰ ਗੁਰੂ ਨਾਨਕ ਸਾਹਿਬ ਦਾ ਸਿੱਖ ਤਾਂ ਅੱਜ ਮੌਲੀਆਂ ਬੰਨੀ ਫਿਰਦਾ, ਧਾਗੇ ਪਾਈ ਫਿਰਦਾ, ਉਲਟ ਪਾਸੇ ਤੁਰਿਆ ਫਿਰਦਾ। ਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਜਾਂਦਾ ਜ਼ਰੂਰ ਹੈ ਗੁਰਦੁਆਰੇ, ਲੇਕਿਨ ਉੱਥੇ ਜਾ ਕੇ ਵੀ ਕੁਝ ਖਾਸ ਕਰਮ ਕਾਂਡ ਨੇ, ਉਹ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਸਿੱਖ ਵਾਪਸ ਆ ਜਾਂਦਾ। ਚਮਕੌਰ ਸਾਹਿਬ ਨੂੰ ਵੇਖਣ ਵਾਸਤੇ ਜ਼ਰੂਰ ਜਾਂਦੇ ਆ, ਲੇਕਿਨ ਸੈਰ ਸਪਾਟਾ, ਸਰਹੰਦ ਨੂੰ ਵੇਖਣ ਵਾਸਤੇ ਜ਼ਰੂਰ ਜਾਂਦੇ ਆ, ਲੇਕਿਨ ਮੇਲੇ ਦੀ ਤਰ੍ਹਾਂ, ਆਨੰਦਪੁਰ ਸਾਹਿਬ ਜ਼ਰੂਰ ਜਾਂਦੇ ਆ, ਲੇਕਿਨ ਮੇਲੇ ਦੀ ਤਰ੍ਹਾਂ ਗੱਡੀਆਂ 'ਚ ਬਹਿ ਕੇ ਜਾਣ ਵਾਲੇ ਨੌਜਵਾਨਾਂ ਨੇ ਵੀ ਗਾਇਕਾਂ ਦੇ ਗੀਤ ਲਾਏ ਹੁੰਦੇ ਨੇ ਤੇ ਐਸ਼ਾਂ ਲੁੱਟਦੇ ਜਾਂਦੇ ਨੇ। ਜਿੱਦਾਂ ਬਰੰਗ ਜਾਂਦੇ ਨੇ ਉਦਾਂ ਹੀ ਬਰੰਗ ਵਾਪਸ ਆ ਜਾਂਦੇ ਨੇ। ਅੱਜ ਤਾਂ ਸਾਡੀ ਹਾਲਾਤ ਹੈ। ਜੇ ਕੁਝ ਅਸੀਂ ਪ੍ਰਾਪਤ ਨਹੀਂ ਕੀਤਾ ਤੇ ਇਸ ਧਰਤੀ ਤੇ ਜਨਮ ਲੈਣ ਦਾ ਫਾਇਦਾ ਹੀ ਕੋਈ ਨਹੀਂ। ਇਹ ਮੈਂ ਨਹੀਂ, ਸਤਿਗੁਰੂ ਦੀ ਪਾਣ ਬਾਣੀ, ਆਪਣੀ ਪਾਣ ਬਾਣੀ ਕਹਿੰਦੀ ਹੈ। ਇਹ ਸਤਿਗੁਰੂ ਦਾ ਬਚਨ ਹੈ ਵੀ ਜੇ ਇਸ ਧਰਤੀ ਤੇ ਪੈਦਾ ਹੋ ਕੇ ਕੋਈ ਚੰਗਾ ਨਹੀਂ ਨਾ ਕੰਮ ਕੀਤਾ, ਫਿਰ ਪੈਦਾ ਹੀ ਕਿਉਂ ਹੋਏ ਹੋ, ਕਾਹਦੇ ਵਾਸਤੇ ਆਏ ਹੋ। ਤੇ ਗੁਰੂ ਰਾਮਦਾਸ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕੋਈ ਇਨਸਾਨ ਰੱਬ ਦਾ ਨਾਮ ਹੀ ਨਹੀਂ ਜਪਦਾ, ਉਹ ਕੁਰਖਤ ਸੁਭਾਅ ਵਾਲਾ ਪੈਦਾ ਹੋ ਗਿਆ, ਜਿਹਨੇ ਦੁਨੀਆ ਲਈ ਕੁਝ ਚੰਗਾ ਕਰਨਾ ਹੀ ਨਹੀਂ, ਦੁਨੀਆ ਲਈ ਮਾੜਾ ਹੀ ਕਰਨਾ ਹੈ, ਮਾੜਾ ਹੀ ਸੋਚਣਾ ਹੈ, ਪਾਪ ਹੀ ਕਰਨੇ ਨੇ, ਇਸ ਖੂਬਸੂਰਤ ਸੰਸਾਰ ਨੂੰ ਗੰਦਾ ਹੀ ਬਣਾਉਣਾ ਹੈ। ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੂੰ ਪੈਦਾ ਹੀ ਕਿਉਂ ਆ, ਜੰਮਿਆ ਹੀ ਕਿਉਂ, ਇਹਦੇ ਨਾਲੋਂ ਚੰਗਾ ਹੁੰਦਾ ਤੇਰੀ ਮਾਂ ਬਾਂਝ ਰਹਿੰਦੀ, ਤੂੰ ਪੈਦਾ ਹੀ ਨਾ ਹੁੰਦਾ। ਤੂੰ ਆਪਣੀ ਮਾਂ ਦੀ ਕੁੱਖ ਨੂੰ ਵੀ ਲਾਜ ਲਗਾ ਦਿੱਤੀ, ਤੂੰ ਆਪਣੀ ਮਾਂ ਦੀ ਕੁੱਖ ਨੂੰ ਵੀ ਲਾਜ ਲਗਾ ਦਿੱਤੀ। ਲੋਕ ਤੇਰਾ ਜੀਵਨ ਵੇਖ ਕੇ ਤੈਨੂੰ ਨਹੀਂ, ਲੋਕ ਕਹਿਣਗੇ ਤੇਰੀ ਕਿਹੜੀ ਮਾਂ ਜਿਹਨੇ ਤੈਨੂੰ ਜਨਮ ਦਿੱਤਾ। ਲੋਕ ਤੇਰਾ ਜੀਵਨ ਵੇਖਣਗੇ, ਗਾਲਾਂ ਤੇਰੀ ਮਾਂ ਨੂੰ ਕੱਢਣਗੇ। ਯਾਦ ਰੱਖਿਓ, ਅੱਜ ਹੈ ਨਾ, ਕੋਈ ਵੀ ਗੱਲ ਹੋ ਜਾਵੇ ਅਗਲੇ ਮਾਂ ਦੀ ਗਾਲ ਕੱਢਦੇ ਆ, ਭੈਣ ਦੀ ਗਾਲ ਕੱਢਦੇ ਆ। ਲਾਹਨਤ ਹੈ, ਪਹਿਲੀ ਤਾਂ ਗੱਲ ਇਹ, ਗਾਲ ਨਾ ਕੱਢੋ। ਆਏ ਸੀ ਅਸੀਂ ਧਰਮ ਕਮਾਉਣ ਵਾਸਤੇ, ਅਸੀਂ ਤਾਂ ਹੋਰ ਹੀ ਰੰਗਾਂ ਦੇ ਵਿੱਚ ਵਹਿ ਗਏ। ਕਿਹੜੇ ਪਾਸੇ ਚਲੇ ਗਏ। ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਹੋਲਾ ਮਹੱਲਾ ਦਿੱਤਾ ਸਿੱਖਾਂ ਨੂੰ, ਲੇਕਿਨ ਸਿੱਖਾਂ ਨੇ ਉਹਨੂੰ ਹੋਲੀ ਬਣਾ ਲਿਆ। ਇੱਕ ਦੂਜੇ ਉੱਤੇ ਗੰਦ ਸੁੱਟੀ ਜਾਂਦੇ, ਰੰਗ ਸੁੱਟੀ ਜਾਂਦੇ। ਕਿਹੜੇ ਪਾਸੇ ਪੈ ਗਏ ਆਪਾਂ। ਗੁਰੂ ਸਾਹਿਬਾਨ ਨੇ ਦਿੱਤੀ ਸੀ ਸਾਨੂੰ 5 ਕਕਾਰੀ ਵਰਦੀ, ਕਿਹੜੇ ਪਾਸੇ ਆਪਾਂ ਵਹਿ ਗਏ। ਸਾਨੂੰ ਪਤਾ 5 ਕਕਾਰੀ ਦਾ ਮੀਨਿੰਗ ਕੀ ਹੁੰਦਾ। 5 ਕਕਾਰੀ ਵਰਦੀ ਕਿਉਂ ਪਾਈ ਜਾਂਦੀ, ਕੜਾ ਕਿਉਂ ਦਿੱਤਾ, ਕੇਸ, ਕੰਘਾ, ਕਸ਼ਹਿਰਾ, ਕਿਰਪਾਨ ਕਿਉਂ ਦਿੱਤੀ। ਹੁਣ ਆ ਪੋਟੇ ਜਿੰਨੀਆਂ ਕਿਰਪਾਨਾਂ ਗਲ ਵਿੱਚ ਪਾ ਕੇ ਅਸੀਂ ਕਹਿੰਦੇ ਜੀ ਆਪਾਂ ਗੁਰੂ ਕਲਗੀਧਰ ਦੇ ਲਾਲ ਆ। ਕੱਲ ਨੂੰ ਕੋਈ ਤੁਹਾਡੀ ਧੀ ਭੈਣ ਦੇ ਉੱਤੇ ਹੱਥ ਪਾ ਦੇਵੇ, ਆ ਪੋਟੇ ਜਿੰਨੀ ਕਿਰਪਾਨ ਤੁਹਾਡੀ ਕੀ ਕਰੇਗੀ ਉੱਤੇ। ਸਤਿਗੁਰ ਨੇ ਕੜੇ ਦਿੱਤੇ ਨੇ, ਕਸ਼ਹਿਰੇ ਦਿੱਤੇ ਨੇ, ਕੇਸ ਦਿੱਤੇ, ਕਿਰਪਾਨਾਂ ਦਿੱਤੀਆਂ, ਉਹਦਾ ਕੋਈ ਨਾ ਕੋਈ ਮੀਨਿੰਗ ਸੀ। ਆਪਾਂ ਉਹਨੂੰ ਕੀ ਬਣਾਇਆ, ਕਰਮਕਾਂਡ। ਤੇ ਕਰਮਕਾਂਡ ਵੀ ਇੰਨਾ ਵੱਡਾ ਕਿ ਅਸੀਂ ਕਹਿੰਦੇ ਜੀ ਬਿਲਕੁਲ ਵੀ ਕਿਤੇ ਜੇ ਕਿਰਪਾਨ ਹੇਠਾਂ ਲੈ ਜਾਏ ਤੇ ਪਤਾ ਨਹੀਂ ਕਿਹੜਾ ਜਿਹੜਾ ਉਹ ਤੂਫਾਨ ਖੜਾ ਹੋ ਜਾਣਾ। ਇਹ ਕਰਮਕਾਂਡ ਵਹਿਮ ਬਣ ਗਏ। ਅਸੀਂ ਉਸ ਚੀਜ਼ ਨੂੰ ਸਮਝਿਆ ਨਹੀਂ। ਸਤਿਗੁਰ ਨੇ ਸਾਨੂੰ ਆਪਣੀ ਪਾਵਨ ਬਾਣੀ ਦੇ ਲੜ ਲਾਇਆ। ਉਹ ਖਜ਼ਾਨਾ ਜੇ ਵੇਖਿਆ ਜਾਵੇ ਕਿੰਨਾ ਵੱਡਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦਾ, ਪਰ ਸਿੱਖਾਂ ਨੇ ਕਮਾਈ ਦਾ ਸਾਧਨ ਬਣਾ ਲਿਆ। ਉਹਨੂੰ ਪੜ੍ਹੀ ਜਾਂਦੇ ਨੇ, ਨਾ ਵਿਚਾਰਦੇ ਨੇ, ਨਾ ਉਹਦੇ ਮੁਤਾਬਕ ਤੁਰਦੇ ਨੇ। ਜੇਕਰ ਕੋਈ ਵਿਚਾਰਦਾ, ਤੋਰਨ ਦਾ ਯਤਨ ਕਰਦਾ ਤਾਂ ਸਿੱਖ ਉਹਦਾ ਵੀ ਵਿਰੋਧ ਕਰਨ ਲੱਗ ਪੈਂਦੇ। ਸਤਿਗੁਰੂ ਕੀ ਕਹਿੰਦੇ ਨੇ ਕਿ ਤਿਸ ਵਿੱਚ ਜੀ ਜੁਗਤ ਕੇ ਰੰਗ। ਇਸ ਧਰਤੀ ਦੇ ਵਿੱਚ ਅਕਾਲ ਪੁਰਖ ਨੇ ਕਈ ਤਰ੍ਹਾਂ ਦੇ ਜੀਵ ਪੈਦਾ ਕੀਤੇ ਨੇ, ਜਿਨ੍ਹਾਂ ਦੇ ਵੱਖੋ ਵੱਖਰੇ ਰੰਗ ਹੈ, ਜੀਵਨ ਦੇ ਢੰਗ ਹੈ, ਜਿਨ੍ਹਾਂ ਦੀਆਂ ਜ਼ਿੰਦਗੀ ਦੀਆਂ ਜੁਗਤੀਆਂ ਵੱਖੋ ਵੱਖਰੀਆਂ ਨੇ। ਭਾਵ ਕਿ ਇੱਕ ਇਨਸਾਨ ਦਾ ਜੀਵਨ ਤਰੀਕਾ ਦੂਸਰੇ ਦੇ ਨਾਲ ਮੇਲ ਨਹੀਂ ਖਾਂਦਾ। ਇੱਕ ਬੰਦੇ ਦੀ ਕੁਝ ਹੋਰ ਸੋਚ ਹੈ, ਇੱਕ ਬੰਦੇ ਦੀ ਕੁਝ ਹੋਰ ਸੋਚ ਹੈ। ਅਲੱਗ-ਅਲੱਗ ਤਰ੍ਹਾਂ ਦੇ ਜੀਵ ਇਸ ਕਾਇਨਾਤ ਵਿੱਚ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਪੈਦਾ ਹੋਏ ਨੇ। ਇੱਕ ਤੱਤੇ, ਇੱਕ ਬੋਲਣ, ਮਿੱਠੇ, ਅਲੱਗ-ਅਲੱਗ ਤਰ੍ਹਾਂ ਦੇ ਨੇ। ਇੱਕ ਹੀ ਮਾਂ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਬੱਚੇ ਜਿਹੜੇ ਹੁੰਦੇ ਨੇ 2, 3, 4, 5 ਹੋਣ ਤਾਂ ਉਹਨਾਂ ਦੀ ਸੋਚ, ਉਹਨਾਂ ਦੇ ਵਿਚਾਰ, ਉਹਨਾਂ ਦਾ ਸੁਭਾਅ, ਉਹਨਾਂ ਦਾ ਰੰਗ ਰੂਪ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ। ਪਿਓ ਇੱਕ ਹੁੰਦਾ ਹੈ, ਮਾਂ ਇੱਕ ਹੁੰਦੀ ਹੈ, ਜੀਨਸ ਇੱਕ ਹੁੰਦੇ ਨੇ, ਸੁਭਾਅ ਵੱਖੋ ਵੱਖਰੇ ਹੋ ਜਾਂਦੇ ਨੇ। ਇਸ ਤਰ੍ਹਾਂ ਹੀ ਵੱਖ-ਵੱਖ ਕੌਮਾਂ ਦੇ ਵਿੱਚ ਹੈ। ਜਿਵੇਂ ਅੱਜ ਵੀ ਮੁਸਲਮਾਨਾਂ ਵਿੱਚ ਸ਼ੀਆ ਸੁੰਨੀ ਦੀ ਲੜਾਈ ਜਾਰੀ ਹੈ, ਇਸ ਤਰ੍ਹਾਂ ਹੀ ਸਿੱਖਾਂ ਦੇ ਵਿੱਚ ਵੀ ਬਹੁਤ ਸਾਰੀਆਂ ਲਹਿਰਾਂ ਨੇ ਜਨਮ ਲਿਆ, ਜਿਹੜੀਆਂ ਬਾਅਦ ਵਿੱਚ ਗੰਦਗੀ ਦਾ ਢੇਰ ਬਣ ਗਈਆਂ। ਜਿਵੇਂ ਨਾਮਧਾਰੀ ਲਹਿਰ ਪੈਦਾ ਹੋਈ, ਅੱਜ ਗੰਦਗੀ ਦਾ ਢੇਰ ਬਣ ਗਈ। ਜਿਵੇਂ ਨਿਰੰਕਾਰੀ ਲਹਿਰ ਪੈਦਾ ਹੋਈ, ਅੱਜ ਉਹ ਉਲਟ ਪਾਸੇ ਨੂੰ ਚੱਲ ਪਏ। ਇਸ ਤਰ੍ਹਾਂ ਕਈ ਲਹਿਰਾਂ ਸੀ। ਕੂਕਾ ਲਹਿਰ, ਇਹ ਲਹਿਰਾਂ ਨੇ ਕੁਝ ਚੰਗਾ ਕਰਨਾ ਸੀ ਲੇਕਿਨ ਉਲਟ ਪਾਸੇ ਹੋ ਤੁਰੇ, ਔਰ ਐਸਾ ਬੁਰਾ ਹਾਲ ਹੋਇਆ ਕਿ ਸਿੱਖ ਹੀ ਸਿੱਖੀ ਦੇ ਦੁਸ਼ਮਣ ਹੋ ਗਏ। ਧਿਆਨ ਮਾਰ ਕੇ ਵੇਖੋ, ਸਾਰਿਆਂ ਦੇ ਦਸਤਾਰਾਂ ਨੇ, ਸਾਰੇ ਕੇਸਾਧਾਰੀ ਨੇ, ਲੇਕਿਨ
ਵਿਰੋਧ ਪੈਦਾ ਹੋ ਗਿਆ। ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਲੈ ਕੇ ਤੁਰੇ ਸੀ, ਕਿਤੇ ਆਪਸ ਵਿੱਚ ਹੀ ਲੜਨ ਲੱਗ ਪਏ। ਇਸੇ ਤਰ੍ਹਾਂ ਹੀ ਸਾਡੀ ਕੌਮ ਵਿੱਚ ਹੋਰ ਜਥੇਬੰਦੀਆਂ ਨੇ, ਹੋਰ ਲਹਿਰਾਂ ਨੇ, ਲੇਕਿਨ ਇੱਕ ਦੂਜੇ ਦੇ ਵਿਰੋਧੀ ਹੋ ਗਈਆਂ। ਉਹ ਇੱਕ ਲਹਿਰ ਦੂਸਰੇ ਨੂੰ ਵੇਖ ਕੇ ਖੁਸ਼ ਨਹੀਂ, ਇੱਕ ਬੰਦਾ ਦੂਸਰੇ ਬੰਦੇ ਨੂੰ ਵੇਖ ਕੇ ਖੁਸ਼ ਨਹੀਂ। ਇੱਟ ਕੁੱਤੇ ਦਾ ਵੈਰ ਹੋ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪਰ ਇਹ ਖੂਬਸੂਰਤੀ ਹੈ ਪ੍ਰਮਾਤਮਾ ਦੀ, ਕਾਇਨਾਤ ਦੀ, ਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਜੀ ਜੰਤ ਮੇਰੇ ਮਾਲਕ ਨੇ ਪੈਦਾ ਕੀਤੇ ਨੇ, ਕਈ ਤਰ੍ਹਾਂ ਦੇ ਇਨਸਾਨ ਪੈਦਾ ਕੀਤੇ ਨੇ। ਉਹਨਾਂ ਦੇ ਰੰਗ ਰੂਪ ਤੇ ਜੀਵਨ ਦੇ ਤਰੀਕੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ ਨੇ। ਤਿਨਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਮ ਇੰਨੇ ਕੁ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਵੱਖ-ਵੱਖ ਨਾਮ ਹੈ ਔਰ ਹਰ ਬੰਦੇ ਦਾ ਨਾਮ ਉਹਦੀ ਕੌਮ ਦੇ ਮੁਤਾਬਕ ਅਲੱਗ-ਅਲੱਗ ਰੱਖਿਆ ਜਾਂਦਾ ਹੈ। ਕਰਮੀ ਕਰਮੀ ਹੋਏ ਵਿਚਾਰ, ਪਰ ਇੱਕ ਗੱਲ ਸਾਂਝੀ ਹੈ, ਸਾਰੇ ਜੀਵ ਜਿਹੜੇ ਵੀ ਪੈਦਾ ਹੋਏ ਨੇ, ਭਾਵੇਂ ਉਹ ਈਸਾਈ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਜੈਨੀ ਹੈ, ਬੁੱਧੀ ਹੈ, ਪਾਰਸੀ ਹੈ, ਕਿਸੇ ਹੋਰ ਧਰਮ ਨਾਲ ਤਾਲੁਕਾਤ ਰੱਖਣ ਵਾਲੇ ਨੇ, ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਰੱਬ ਦੇ ਘਰ ਦੇ ਵਿੱਚ ਵਿਚਾਰ ਹੁੰਦੀ ਹੈ। ਤੇ ਰੱਬ ਦਾ ਘਰ ਕੀ ਹੈ? ਇੱਕ ਕਾਇਨਾਤ। ਵਿਚਾਰ ਕੀਤੀ ਜਾਂਦੀ ਉਹਨਾਂ ਦੇ ਕੰਮਾਂ ਉੱਤੇ ਵੀ ਆਪਾਂ ਇਸ ਕਾਇਨਾਤ ਵਿੱਚ ਆ ਕੇ ਕੰਮ ਕਿਹੜੇ ਕੀਤੇ ਨੇ, ਜਾਂ ਕਿਹੜੇ ਕਰ ਰਹੇ ਆ, ਜਾਂ ਕਿਹੜੇ ਕਰਨੇ ਨੇ। ਉਹਦੇ ਆਧਾਰ ਉੱਤੇ ਸਾਡਾ ਜੀਵਨ ਤਿਆਰ ਕੀਤਾ ਜਾਂਦਾ ਹੈ, ਉਹਦੇ ਆਧਾਰ ਉੱਤੇ ਹੀ ਗੱਲ ਬਣਦੀ ਹੈ। ਕਿਉਂਕਿ ਵਿਚਾਰ ਤਾਂ ਹੋਏਗੀ ਨਾ, ਜਿਹਨੇ ਸਾਨੂੰ ਪੈਦਾ ਕੀਤਾ ਇੰਨੀ ਵੱਡੀ ਕਾਇਨਾਤ ਨੂੰ, ਉਹ ਖੁੱਲਮ ਖੁੱਲਾ ਤੇ ਨਹੀਂ ਛੱਡ ਸਕਦਾ ਨਾ। ਉਹਦੀ ਕਾਇਨਾਤ ਦੇ ਨਿਯਮ ਨੇ ਕੁਛ, ਉਹਨਾਂ ਨਿਯਮਾਂ ਨੂੰ ਫੋਲੋ ਕਰਨਾ ਸਾਡਾ ਫਰਜ਼ ਹੈ। ਸਤਿਗੁਰੂ ਕਹਿੰਦੇ ਨੇ ਸੱਚਾ ਆਪ ਸੱਚਾ ਦਰਬਾਰ। ਉਹ ਪ੍ਰਮਾਤਮਾ ਜਿੱਥੇ ਆਪ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ, ਉਹਦਾ ਨਿਆਂ ਵੀ ਸੱਚਾ। ਯਾਦ ਰੱਖਿਓ, ਨਾ ਉਹਦੇ ਦਰਬਾਰ ਵਿੱਚ ਗਲਤ ਸੋਚਿਆ ਜਾਂਦਾ, ਨਾ ਕੀਤਾ ਜਾਂਦਾ, ਨਾ ਸੁਣਿਆ ਜਾਂਦਾ। ਉਹਦੇ ਅਸੂਲ ਸੱਚੇ ਨੇ, ਝੂਠੇ ਦਰਬਾਰਾਂ ਵਾਲੇ ਅਸੂਲ ਨਹੀਂ। ਸੱਚਾ ਆਪ ਸੱਚਾ ਦਰਬਾਰ। ਅੱਗੇ ਤਿੱਥੇ ਸੋਹਣ ਪੰਚ ਪ੍ਰਵਾਨ। ਕਿਹੜੇ ਪੰਜ ਪ੍ਰਵਾਨ? ਜਿਨ੍ਹਾਂ ਨੇ ਸੁਣਿਆ, ਮੰਨਿਆ, ਮਨ ਕੀਤਾ ਭਾਉ, ਜਿਨ੍ਹਾਂ ਦਾ ਜੀਵਨ ਉੱਚਾ ਸੁੱਚਾ ਹੋ ਗਿਆ, ਜਿਹੜੇ ਅੰਦਰੋਂ ਬਾਹਰੋਂ ਪਰਮਾਤਮਾ ਵਰਗੇ ਹੀ ਬਣ ਗਏ, ਔਰ ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਹੁੰਦੇ ਨੇ, ਸੋਹਣੇ ਲੱਗਦੇ ਨੇ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਕਿ ਜਪਜੀ ਸਾਹਿਬ ਪੜ੍ਹਨ ਵਾਲਿਓ, ਜਪਜੀ ਸਾਹਿਬ ਪੜ੍ਹ ਕੇ ਮੈਂ ਤੁਹਾਨੂੰ ਪੰਚ ਬਣਾਉਣਾ ਚਾਹੁੰਦਾ, ਮੈਂ ਤੁਹਾਨੂੰ ਪਰਮੇਸ਼ਰ ਵਰਗੇ ਬਣਾਉਣਾ ਚਾਹੁੰਦਾ, ਮੈਂ ਤੁਹਾਡਾ ਜੀਵਨ ਉੱਚਾ ਸੁੱਚਾ ਚੁੱਕਣਾ ਚਾਹੁੰਦਾ, ਮੈਂ ਤੁਹਾਨੂੰ ਇਦਾਂ ਦੇ ਬਣਾਉਣਾ ਚਾਹੁੰਦਾ ਵੀ ਕੋਈ ਤੁਹਾਡੇ ਵੱਲ ਉਂਗਲ ਨਾ ਕਰ ਸਕੇ। ਤੁਹਾਡਾ ਕਿਰਦਾਰ ਇੰਨਾ ਉੱਚਾ ਸੁੱਚਾ ਮੈਂ ਬਣਾਉਣਾ ਚਾਹੁੰਦਾ ਕਿ ਤੁਸੀਂ ਆਪਣੇ ਕਿਰਦਾਰ ਤੋਂ ਕਦੇ ਨੀਵੇਂ ਨਾ ਡਿੱਗੋ। ਐਸੇ ਬਣਾਉਣਾ ਚਾਹੁੰਦਾ। ਹੁਣ ਸੋਚਿਓ, ਜਪਜੀ ਸਾਹਿਬ ਪੜ੍ਹਨ ਵਾਲੇ ਕਿੰਨੇ ਕੁ ਆਪਾਂ ਉੱਚੇ ਬਣੇ ਅੱਜ ਤੱਕ, ਕਿੰਨੇ ਉਮਰਾਂ ਲੰਘ ਗਈਆਂ। ਜਪਜੀ ਸਾਹਿਬ ਪੜ੍ਹਨ ਵਾਲੇ ਅਸੀਂ ਕਿੰਨਾ ਕੁ ਕਿਰਦਾਰ ਉੱਚਾ ਕੀਤਾ, ਉਮਰਾਂ ਲਗਾ ਲਈਆਂ। ਉੱਥੇ ਦੇ ਉੱਥੇ ਆਪਾਂ ਖੜੇ ਹਾਂ, ਜਿਵੇਂ ਖੂਹ ਦਾ ਡੱਡੂ ਖੂਹ 'ਚ ਹੁੰਦਾ, ਉੱਥੇ ਉੱਥੇ ਆ, ਕਿਉਂਕਿ ਪੜ੍ਹਿਆ ਜ਼ਰੂਰ ਹੈ, ਵਿਚਾਰਿਆ ਨਹੀਂ, ਸਮਝਿਆ ਨਹੀਂ, ਨਾ ਉਹਦੇ ਮੁਤਾਬਕ ਤੁਰੇ। ਉੱਥੇ ਦੇ ਉੱਥੇ ਹੀ ਆ ਆਪਾਂ। ਪਰ ਸਤਿਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦੇ ਦਰਬਾਰ ਵਿੱਚ ਇੱਜ਼ਤਵਾਨ ਉਹੀ ਨੇ ਜਿਨ੍ਹਾਂ ਦਾ ਕਿਰਦਾਰ ਉੱਚਾ ਸੁੱਚਾ ਹੋ ਜਾਂਦਾ ਹੈ, ਜਿਹੜੇ ਪੰਚ ਬਣ ਜਾਂਦੇ ਨੇ। ਅੱਗੇ ਸਤਿਗੁਰੂ ਕੀ ਕਹਿੰਦੇ ਨੇ? ਨਦਰੀ ਕਰਮ ਪਵੈ ਨਿਸ਼ਾਨ। ਫਿਰ ਉਹ ਜਿਹੜੇ ਰੱਬ ਦੇ ਭਗਤ ਪਿਆਰੇ ਹੁੰਦੇ ਨੇ, ਜਿਨ੍ਹਾਂ ਦਾ ਅੰਦਰੋਂ ਬਾਹਰੋਂ ਇੱਕ ਤਰ੍ਹਾਂ ਦਾ ਜੀਵਨ ਹੋ ਗਿਆ, ਪਰਮਾਤਮਾ ਦੀ ਮਿਹਰ ਦੀ ਨਿਗਾਹ ਦਾ ਇੱਕ ਨਿਸ਼ਾਨ ਉਹਨਾਂ ਦੇ ਜੀਵਨ ਉੱਤੇ ਬਣ ਜਾਂਦਾ ਹੈ। ਭਾਵ ਕਿ ਉਹਨਾਂ ਨੂੰ ਵੇਖ ਕੇ ਹੀ ਕੋਈ ਇਨਸਾਨ ਕਹਿ ਸਕਦਾ ਹੈ ਆਹ ਰੱਬ ਨੂੰ ਪਹੁੰਚਿਆ ਹੋਇਆ, ਭਾਵ ਕਿ ਰੱਬ ਨਾਲ ਮਿਲਿਆ ਜੁਲਿਆ, ਰੱਬ ਵਰਗਾ ਹੈ। ਦੁਨੀਆ ਲਈ ਕੋਈ ਚੰਗਾ ਕਰਕੇ ਜਾਣ ਵਾਲਾ ਇਨਸਾਨ ਪਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ, ਜਿਹੜਾ ਇਕੱਲਾ ਆਪਣਾ ਜੀਵਨ ਹੀ ਨਹੀਂ ਗੁਜ਼ਾਰਦਾ, ਆਪਣੇ ਜੀਵਨ ਦੇ ਨਾਲ ਨਾਲ ਹੋਰ ਲੋਕਾਂ ਦਾ ਵੀ ਭਲਾ ਕਰਦਾ ਹੈ, ਸੰਸਾਰ ਦਾ ਵੀ ਭਲਾ ਕਰਦਾ ਹੈ, ਜਿਹਦੀ ਸ਼ੋਅ ਦੇ ਨਾਲ ਹੀ ਕਈ ਲੋਕਾਂ ਦਾ ਭਲਾ ਹੋ ਜਾਂਦਾ ਹੈ। ਆਪਾਂ ਐਸੇ ਬਣਨਾ ਹੈ ਤੇ ਸਤਿਗੁਰੂ ਸਾਨੂੰ ਐਸਾ ਹੀ ਬਣਾਉਣਾ ਚਾਹੁੰਦਾ ਹੈ। ਕੱਚ ਪਕਾਈ ਉੱਥੇ ਪਾਏ। ਕਦੇ ਵੀ ਕੋਈ ਕੱਚਾ ਜਾਂ ਪੱਕਾ ਅਸੀਂ ਤੈਅ ਨਹੀਂ ਕਰ ਸਕਦੇ। ਉੱਥੇ ਪਾਏ ਰੱਬ ਦੇ ਘਰ ਦੇ ਵਿੱਚ ਦਾ ਫੈਸਲਾ ਹੁੰਦਾ ਹੈ ਵੀ ਕਿਹੜੇ ਇਨਸਾਨ ਦਾ ਜੀਵਨ ਉੱਚਾ ਹੈ, ਕਿਹੜੇ ਇਨਸਾਨ ਦਾ ਜੀਵਨ ਨੀਵਾਂ ਹੈ। ਇਹਦਾ ਮਤਲਬ ਇਹ ਹੈ, ਬਾਹਰੋਂ ਤਾਂ ਆਪਾਂ ਵੇਖ ਕੇ ਦੱਸ ਸਕਦੇ ਹਾਂ ਵੀ ਕੋਈ ਚੰਗੇ ਕੰਮ ਕਰ ਰਿਹਾ ਚੰਗਾ ਲੱਗਦਾ ਹੈ, ਕੋਈ ਮਾੜੇ ਕੰਮ ਕਰ ਰਿਹਾ ਤਾਂ ਮਾੜਾ ਲੱਗਦਾ ਹੈ, ਪਰ ਅੰਦਰ ਆਪਾਂ ਕੀ ਲੁਕਾ ਕੇ, ਇਸ ਚਮੜੀ ਦੇ ਅੰਦਰ ਕੀ ਲੁਕਾ ਕੇ ਬੈਠੇ ਹਾਂ, ਇਹਦਾ ਫੈਸਲਾ ਅਸੀਂ ਨਹੀਂ, ਰੱਬ ਹੀ ਕਰਦਾ ਹੈ। ਪਤਾ ਉਹਨੂੰ ਹੀ ਹੈ ਵੀ ਅਸੀਂ ਕਿੰਨੇ ਕੁ ਚੰਗੇ ਹਾਂ ਤੇ ਕਿੰਨੇ ਕੁ ਮਾੜੇ ਹਾਂ।
ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਔਰ ਇਸ ਚੀਜ਼ ਦੀ ਸਮਝ ਰੱਬ ਦੇ ਦਰ ਉੱਤੇ ਗਿਆ ਹੀ ਹੁੰਦੀ ਹੈ, ਭਾਵ ਉਸ ਅਵਸਥਾ ਵਿੱਚ ਪਹੁੰਚੀ ਹੀ ਹੁੰਦੀ ਹੈ ਵੀ ਕੱਚ ਕੀ ਤੇ ਸੱਚ ਕੀ ਹੈ। ਇਹ ਸਤਿਗੁਰੂ ਸਮਝ ਦਿੰਦਾ ਹੈ। ਤਾਂ ਹੀ ਅਰਦਾਸ ਵਿੱਚ ਲਿਖਿਆ ਗਿਆ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਆਓ ਸਿੱਖੋ, ਅਸੀਂ ਇਦਾਂ ਦਾ ਜੀਵਨ ਬਣਾਈਏ ਕਿ ਅਸੀਂ ਸਾਖਸ਼ਾਤ ਇਸੇ ਹੀ ਜੀਵਨ ਵਿੱਚ ਪਰਮਾਤਮਾ ਦੇ ਦਰਬਾਰ ਦਾ ਆਨੰਦ ਲੈ ਸਕੀਏ, ਇਸੇ ਜੀਵਨ ਵਿੱਚ ਕੱਚ ਪੱਕ ਦਾ ਭੇਦ ਪਾ ਸਕੀਏ, ਇਸੇ ਜੀਵਨ ਦੇ ਵਿੱਚ ਸਮਝ ਸਕੀਏ ਕਿ ਇਹ ਧਰਤੀ ਧਰਮ ਕਮਾਉਣ ਦੀ ਜਗ੍ਹਾ ਹੈ, ਸਮਝ ਸਕੀਏ ਕਿ ਇਸ ਕਾਇਨਾਤ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਹੋਏ ਨੇ, ਉਹਨਾਂ ਦੇ ਵੱਖ-ਵੱਖ ਧਰਮ ਨੇ, ਵੱਖ-ਵੱਖ ਨਿਯਮ ਨੇ, ਵੱਖ-ਵੱਖ ਰੂਪ ਰੰਗ ਨੇ, ਪਰ ਨਾਲ ਦੀ ਨਾਲ ਇਹ ਵੀ ਸਮਝੀਏ ਕਿ ਆਪਣੀ ਕੌਮ ਨਾਲ ਕਦੇ ਗਦਾਰੀ ਨਾ ਕਰੀਏ ਤੇ ਆਪਣੀ ਕੌਮ ਨਾਲ ਗਦਾਰੀ ਕਰਨ ਵਾਲਿਆਂ ਨੂੰ ਸਿੱਧੇ ਜ਼ਰੂਰ ਨਾਲ ਦੀ ਨਾਲ ਕਰੀਏ, ਕਿਉਂਕਿ ਸੱਚ ਬੋਲਣ ਦਾ ਸੁਭਾਅ ਵੀ ਪਾਲੀਏ। ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਆਪਣੇ ਵੀਰ ਲਖਵਿੰਦਰ ਸਿੰਘ ਗੰਭੀਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।